ਰੋਜ਼ਾਨਾ ਲੋਕ ਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਇਸ ਵੇਲੇ ਦੀਆਂ ਦੋ ਵੱਡੀਆਂ ਖਬਰਾਂ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਤੇ ਇੱਕ ਵਾਰ ਫਿਰ ਤੋਂ ਸਾਡੇ ਨਾਲ ਪ੍ਰੋਫੈਸਰ PS ਭੋਗਲ ਸਾਹਿਬ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭੋਗਲ ਸਾਹਿਬ, ਸਵਾਗਤ ਹੈ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ। ਥੈਂਕ ਯੂ ਸੁਖਵਿੰਦਰ। ਭੋਗਲ ਸਾਹਿਬ, ਕੁਝ ਦੇਰ ਪਹਿਲਾਂ ਵੀ ਤੁਸੀਂ ਸਾਡੇ ਨਾਲ ਜੁੜੇ ਸੀ। ਦੁਬਾਰਾ ਇਸ ਲਈ ਜੋੜਿਆ ਹੈ ਕਿ ਜਿਸ ਤਰੀਕੇ ਦੇ ਨਾਲ ਹੁਣੇ ਹੁਣੇ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਇਹ ਕਾਨੂੰਨ ਬਣਿਆ, ਹਾਲਾਂਕਿ ਇਹ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀਆਂ ਦੇ ਉੱਪਰ ਦੋਸ਼ ਲੱਗਦੇ ਰਹੇ ਕਿ ਇਹਨਾਂ ਨੇ ਸ਼ਹਿ ਦਿੱਤੀ ਹੈ ਤਾਂ ਹੀ ਇਹ ਕਾਨੂੰਨ ਜਿਹੜੇ ਨਵੇਂ ਖੇਤੀ ਕਾਨੂੰਨ ਬਣਾਏ ਗਏ ਕੇਂਦਰ ਸਰਕਾਰ ਦੇ ਵੱਲੋਂ ਤਾਂ ਹੀ ਇਹ ਬਣੇ ਨਹੀਂ। ਤਾਂ ਹੁਣੇ ਹੁਣੇ ਇੱਕ ਓਫੀਸ਼ੀਅਲ ਕਾਪੀ ਨਜ਼ਰ ਆ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ, ਜਿਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ APMC ਬਾਹਰਲੀਆਂ ਮੰਡੀਆਂ ਦੇ ਵਿੱਚ ਜਿਹੜੀ ਬਾਹਰਲੀਆਂ ਮੰਡੀਆਂ ਨੂੰ ਮਾਰਕੀਟ ਦੇ ਵਿੱਚ ਲਿਆਉਣ ਦੇ ਲਈ, ਪ੍ਰਾਈਵੇਟ ਕਰਨ ਦੇ ਲਈ ਮੰਡੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੱਲੋਂ ਨਿਯੋਤਾ ਦਿੱਤਾ ਗਿਆ ਸੀਗਾ, ਮੰਗ ਕੀਤੀ ਗਈ ਸੀਗੀ। ਤੁਸੀਂ ਕਿਵੇਂ ਦੇਖਦੇ ਹੋ ਇਸ ਸਭ ਦੇ ਵਿਚਕਾਰ? ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹੁਣੀ ਅਤੇ ਉਹਨਾਂ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ, ਇਹ ਕਾਨੂੰਨ ਗਲਤ ਨੇ, ਤਾਂ ਦੂਜੇ ਪਾਸੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹਦੇ ਕਾਨੂੰਨਾਂ ਦੀ ਸਿਫਾਰਿਸ਼ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਸਰਕਾਰ ਨੇ ਖੁਦ ਕੀਤੀ ਸੀ। ਦੇਖੋ ਸੁਖਵਿੰਦਰ, ਇਸ ਤਰ੍ਹਾਂ ਹੈ ਕਿ ਪ੍ਰਾਈਵੇਟ ਪਲੇਅਰਸ ਨੂੰ ਖੇਤੀਬਾੜੀ ਦੀ ਮਾਰਕੀਟਿੰਗ ਦੇ ਵਿੱਚ ਲਿਆਉਣ ਦੀ ਕਵਾਇਦ ਜਿਹੜੀ ਹੈਗੀ ਹੈ ਜੀ, ਉਹ ਕਾਫੀ ਦੇਰ ਤੋਂ ਉਹਦੇ ਬਾਰੇ ਸੋਚ ਵਿਚਾਰ ਹੋ ਰਹੀ ਹੈ। ਉਹਦੇ ਬਾਰੇ ਇਸ ਤਰ੍ਹਾਂ ਦੀ ਵਿਚਾਰ ਚਰਚਾ ਚੱਲਦੀ ਰਹੀ ਹੈ। ਅਕਾਲੀ ਦਲ ਦੇ ਵਿੱਚ ਵੇਲੇ ਜਦੋਂ ਪੰਜਾਬ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਦੀ, ਉਦੋਂ ਵੀ, ਪਿਛਲੀ ਕਾਂਗਰਸ ਦੀ ਕੇਂਦਰ ਸਰਕਾਰ ਵੇਲੇ ਵੀ ਜੀ, ਔਰ ਇੱਥੋਂ ਤੱਕ ਕਿ ਜਦੋਂ ਇਸ ਬਿੱਲ ਆਰਡੀਨੈਂਸ ਪੇਸ਼ ਕੀਤਾ ਗਿਆ ਤਾਂ ਉਸ ਤੋਂ ਪਹਿਲਾਂ ਵੀ ਸਰਕਾਰ ਨੇ ਕੋਈ ਮੀਟਿੰਗ ਬੁਲਾਈ ਸੀ, ਆਲ ਪਾਰਟੀ ਮੀਟਿੰਗ, ਜਿਹਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਸੀ ਔਰ ਦੂਸਰੀਆਂ ਪਾਰਟੀਆਂ ਦੇ ਨੁਮਾਇੰਦੇ ਵੀ ਸੀ। ਉਹਦੇ ਵਿੱਚ ਵੀ ਇਸ ਸਰਕਾਰ ਦਾ, ਮੋਦੀ ਸਰਕਾਰ ਦਾ ਕਹਿਣਾ ਕਿ ਸਾਰਿਆਂ ਦੀ ਜਿਹੜੀ ਸਹਿਮਤੀ ਸੀਗੀ, ਇਨ ਪ੍ਰਿੰਸੀਪਲ ਐਗਰੀਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ, ਸਿਧਾਂਤਕ ਰੂਪ ਦੇ ਵਿੱਚ ਸਹਿਮਤੀ ਸੀ ਕਿ ਇਸ ਤਰ੍ਹਾਂ ਦਾ ਕੋਈ ਬਿੱਲ ਜਿਹੜਾ ਹੈ ਉਹ ਲਿਆਂਦਾ ਜਾਵੇ। ਤੇ ਅੱਜ ਜਿਹੜਾ ਤੁਸੀਂ ਜਿਸ ਚੀਜ਼ ਨੂੰ ਵੱਲ ਇਸ਼ਾਰਾ ਕਰ ਰਹੇ ਹੋ, ਉਹ ਇੱਕ ਚੈਨਲ ਦੇ ਉੱਤੇ ਇੱਕ ਪੰਜਾਬ ਸਰਕਾਰ ਦੀ ਜਿਹੜੀ ਕੋਵਿਡ ਨਾਲ ਰਿਲੇਟਡ ਜਿਹੜੀਆਂ ਰਿਕਮੈਂਡੇਸ਼ਨ ਦੀ ਰਿਪੋਰਟ ਹੈ, ਸਤੰਬਰ ਮਹੀਨੇ ਜਿਹੜੀ ਜਾਰੀ ਕੀਤੀ ਗਈ ਸੀ, ਉਹਦੇ ਵਿੱਚ ਇੱਕ ਰਿਕਮੈਂਡੇਸ਼ਨ ਹੈ ਕਿ ਪ੍ਰਾਈਵੇਟ ਮੰਡੀਆਂ ਨੂੰ ਜਿਹੜਾ ਹੈ ਪੰਜਾਬ ਦੇ ਵਿੱਚ APMC ਦੇ ਨਾਲ ਨਾਲ ਉਹਨਾਂ ਨੂੰ ਵੀ ਜਿਹੜੀ ਹੈ ਇੱਥੇ ਲਿਆਂਦਾ ਜਾਵੇ, ਇਜਾਜ਼ਤ ਦਿੱਤੀ ਜਾਵੇ ਖਰੀਦ ਕਰਨ ਦੀ। ਉਸ ਨੂੰ ਆਧਾਰ ਬਣਾ ਕੇ ਜਿਹੜੀ ਹੈ ਅੱਜ ਇਹ ਨਵੀਂ ਜਿਹੜੀ ਚਰਚਾ ਮੀਡੀਆ ਦੇ ਵਿੱਚ ਚੱਲ ਰਹੀ ਹੈ ਕਿ ਦੇਖੋ ਜੀ, ਕਾਂਗਰਸ ਸਰਕਾਰ ਜਿਹੜੀ ਹੈ ਉਸਨੇ ਸਤੰਬਰ ਮਹੀਨੇ ਦੀ ਇਸ ਕੋਵਿਡ ਇੰਪਲੀਮੈਂਟੇਸ਼ਨ ਰਿਪੋਰਟ ਦੇ ਵਿੱਚ ਹੀ ਕਿਹਾ ਹੋਇਆ ਤੇ ਅੱਜ ਅਸੀਂ ਜਿਹੜਾ ਹੈਗਾ ਇਹ ਕਾਂਗਰਸ ਸਰਕਾਰ ਜਾਂ ਕਾਂਗਰਸ ਪਾਰਟੀ ਜਿਹੜੀ ਹੈ ਇਹ ਵਿਰੋਧ ਕਰ ਰਹੀ ਹੈ ਇਹਨਾਂ ਬਿੱਲਾਂ ਦੀ। ਇਹ ਖਬਰ ਜਿਹੜੀ ਮੇਰਾ ਖਿਆਲ ਚੱਲ ਰਹੀ ਹੈ, ਤੁਸੀਂ ਇਸੇ ਵੱਲ ਇਸ਼ਾਰਾ ਕਰ ਰਹੇ ਹੋ। ਜੀ ਜੀ ਜੀ, ਦੇਖੋ ਸਾਰਾ ਮਾਜਰਾ ਇਸ ਤਰ੍ਹਾਂ ਹੈ ਕਿ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਸਾਡਾ ਕਣਕ ਔਰ ਝੋਨੇ ਦਾ ਜਿਹੜਾ ਸਾਈਕਲ ਜਿਹੜਾ ਹੈ ਚੱਲਿਆ ਆ ਰਿਹਾ ਹੈਗਾ ਨਾਰਥ ਦੇ ਵਿੱਚ, ਪੰਜਾਬ, ਹਰਿਆਣਾ ਔਰ ਵੈਸਟਰਨ UP ਦੇ ਵਿੱਚ, ਤਾਂ ਉਸ ਕਰਕੇ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਕੋਲ ਜਿਹੜਾ ਹੈ ਇਸ ਦੀ ਪ੍ਰੋਡਕਸ਼ਨ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੋ ਰਹੀ ਹੈ ਔਰ ਕਿਉਂਕਿ ਇਸ ਦੀ ਜਿਹੜੀ ਡਿਮਾਂਡ ਹੈ ਉਹ ਘਟਦੀ ਜਾ ਰਹੀ ਹੈ ਝੋਨੇ ਦੀ ਔਰ ਕਣਕ ਦੀ, ਕਿਉਂਕਿ ਹਰ ਆਏ ਸਾਲ ਬੰਪਰ ਜਿਹੜਾ ਹੈ ਰਿਕਾਰਡ ਸਾਡੀ ਪ੍ਰੋਡਕਸ਼ਨ ਕ੍ਰੌਪ ਦੀ ਹੁੰਦੀ ਹੈ ਔਰ ਦੂਸਰੇ ਰਾਜਾਂ 'ਚ ਜਿਹੜੀ ਪ੍ਰੋਡਕਸ਼ਨ ਜਿਹੜੀ ਹੈ ਕਾਫੀ ਵਧਣੀ ਸ਼ੁਰੂ ਹੋ ਗਈ ਹੈ ਜੀ। ਤੋ ਇਸ ਕਰਕੇ ਪਿਛਲੀਆਂ ਸਰਕਾਰਾਂ ਵੇਲੇ ਵੀ ਇਹ ਚਿੰਤਾ ਸੀ ਕਿ ਇਸ ਨੂੰ ਲਗਾਤਾਰ ਜਿਹੜਾ ਹੈ ਸਰਕਾਰ ਵੱਲੋਂ ਜਿਹੜਾ ਹੈ ਕਿਸਾਨਾਂ ਦੀ ਫਸਲ ਨੂੰ ਪੂਰੀ ਦੀ ਪੂਰੀ ਨੂੰ ਖਰੀਦਿਆ ਜਾਣਾ ਹੁਣ ਆਉਣ ਵਾਲੇ ਸਮੇਂ ਲਈ ਸੰਭਵ ਨਹੀਂ ਹੋਏਗਾ। ਸਾਡੇ ਦਰਸ਼ਕਾਂ ਨੂੰ ਇਹ ਯਾਦ ਹੋਣਾ ਚਾਹੀਦਾ ਹੈ ਕਿ ਜਦੋਂ ਇਹ MSP ਸਿਸਟਮ ਜਿਹੜਾ ਹੈ ਬਣਾਇਆ ਗਿਆ ਸੀਗਾ ਅੱਜ ਤੋਂ ਬਹੁਤ ਸਾਲ ਪਹਿਲਾਂ, ਜਦੋਂ ਉਹ ਜ਼ਮਾਨਾ ਸੀ ਜਦੋਂ ਭਾਰਤ ਦੇ ਵਿੱਚ ਅੰਨ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਬਹੁਤ ਘੱਟ ਸੀ। ਅਸੀਂ ਵਿਦੇਸ਼ਾਂ ਤੋਂ ਜਿਹੜਾ ਹੈ ਅਨਾਜ ਜਿਹੜਾ ਹੈ ਮੰਗਵਾਉਂਦੇ ਸੀ। ਇਸ ਕਰਕੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਹ MSP ਸਿਸਟਮ ਬਣਾਇਆ ਗਿਆ ਸੀ ਕਿ ਜੋ ਵੀ ਕਿਸਾਨ ਖੇਤੀ ਜਿਹੜੀ ਹੈ ਪ੍ਰੋਡਿਊਸ ਆਏਗਾ ਉਸ ਨੂੰ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਹੈ ਉਹ ਤੈਅ ਕਰੇਗੀ ਔਰ ਉਸ ਮੁੱਲ ਦੇ ਉੱਤੇ ਉਹਦੀ ਖਰੀਦ ਯਕੀਨੀ ਬਣਾਏਗੀ। ਇਸ ਲਈ ਜਿਹੜੀ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੀ ਬਾਅਦ ਦੇ ਵਿੱਚ ਬਣਾਈ ਗਈ 1975 ਦੇ ਵਿੱਚ। ਸੋ ਇਹ ਸਿਸਟਮ ਹੁਣ ਬਹੁਤ ਦੇਰ ਤੋਂ ਚੱਲਦਾ ਆ ਰਿਹਾ, ਲੇਕਿਨ ਬਦਲਦੇ ਹਾਲਾਤਾਂ ਦੇ ਨਾਲ, ਜਿਸ ਤਰ੍ਹਾਂ ਮੈਂ ਕਿਹਾ ਕਿ ਹੁਣ ਇਹ ਵੀਟ ਔਰ ਜਿਹੜਾ ਰਾਈਸ ਦਾ ਜਿਹੜਾ ਸਾਈਕਲ ਹੈ ਉਸ ਕਰਕੇ ਸਰਕਾਰ ਨੂੰ ਵੀ ਇੱਕ ਚੈਲੰਜ ਬਣਿਆ ਪਿਆ। ਯਾਦ ਹੋਏਗਾ ਸਾਡੇ ਦਰਸ਼ਕਾਂ ਨੂੰ ਕਿ ਬਾਦਲ ਸਰਕਾਰ ਵੇਲੇ ਵੀ ਔਰ ਪਿਛਲੀ ਕੈਪਟਨ ਸਰਕਾਰ ਵੇਲੇ ਵੀ ਬਹੁਤ ਵਾਰੀ ਸਮੱਸਿਆ ਆਈ ਕਿ ਕਿਸਾਨਾਂ ਦਾ ਜਿਹੜਾ ਫਸਲ ਹੈ ਉਹ ਮੰਡੀਆਂ ਦੇ ਵਿੱਚ ਚੁੱਕੀ ਨਹੀਂ ਜਾ ਰਹੀ, ਸਮੇਂ ਸਿਰ ਪੈਸੇ ਨਹੀਂ ਮਿਲ ਰਹੇ
ਉਹ ਸਾਰਾ ਜਿਹੜਾ ਹੈ ਉਹਦੀ ਸਾਰੀ ਕਹਾਣੀ ਜਿਹੜੀ ਹੈ ਉਹ ਇਸੇ ਨਾਲ ਜੁੜਦੀ ਹੈ। ਇਸ ਕਰਕੇ ਪਿਛਲੀਆਂ ਸਰਕਾਰਾਂ ਦੇ ਵੇਲੇ ਵੀ ਪ੍ਰਾਈਵੇਟ ਪਲੇਅਰਸ ਨੂੰ ਮਾਰਕੀਟ ਦੇ ਵਿੱਚ ਲਿਆਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਸ ਦਾ ਤਰੀਕਾ ਕੀ ਸੀ, ਉਹ ਤਾਂ ਜਿਹੜਾ ਹੈ ਅਸੀਂ ਹੁਣ ਨਹੀਂ ਕਹਿ ਸਕਦੇ ਕਿ ਉਹ ਪੂਰੀ ਤਰ੍ਹਾਂ ਨੂੰ ਪ੍ਰਾਈਵੇਟਾਈਜ਼ ਕਰਨਾ ਚਾਹੁੰਦੇ ਸੀ, ਜਿਸ ਤਰ੍ਹਾਂ ਹੁਣ ਇਹਨਾਂ ਬਿੱਲਾਂ ਦੇ ਵਿੱਚ ਬੀਜੇਪੀ ਨੇ ਕਿਹਾ, ਜਾਂ ਜਿਸ ਤਰ੍ਹਾਂ ਕਿ ਉਹ ਕੋਵਿਡ ਰਿਪੋਰਟ ਤੋਂ ਲੱਗਦਾ ਹੈ, ਕੋਵਿਡ ਇੰਪਲੀਮੈਂਟੇਸ਼ਨ ਰਿਪੋਰਟ ਦੀ ਉਸ ਕਲੌਜ਼ ਤੋਂ ਲੱਗਦਾ ਹੈ ਕਿ ਪੰਜਾਬ ਸਰਕਾਰ ਸਰਕਾਰੀ ਮੰਡੀਆਂ ਦੇ ਨਾਲ ਨਾਲ ਪ੍ਰਾਈਵੇਟ ਮੰਡੀਆਂ ਨੂੰ ਵੀ ਇਜਾਜ਼ਤ ਦੇਣ ਵਾਲੀ ਸੀ। ਸੋ ਉਸ ਦੇ ਉੱਤੋਂ ਦਾ ਮੈਨੂੰ ਇਹ ਲੱਗਦਾ ਹੈ ਕਿ ਪ੍ਰਾਈਵੇਟ ਪਲੇਅਰਸ ਜਿਹੜੇ ਹੈ ਉਹ ਸਰਕਾਰੀ ਮੰਡੀਆਂ ਦੇ ਨਾਲ ਨਾਲ ਆਉਂਦੇ, ਯਾਨੀ ਸਰਕਾਰੀ ਮੰਡੀਆਂ ਰਹਿੰਦੀਆਂ, ਉਹਨਾਂ ਨੂੰ ਖਤਮ ਨਹੀਂ ਕੀਤਾ ਗਿਆ ਸੀ, ਪ੍ਰਾਈਵੇਟ ਪਲੇਅਰਸ ਨੂੰ ਲਿਆਂਦਾ ਜਾ ਰਿਹਾ ਸੀ। ਜਦਕਿ ਜਿਹੜੇ ਮੌਜੂਦਾ ਖੇਤੀ ਬਿੱਲ ਹੈ ਉਹਦੇ ਵਿੱਚ ਪ੍ਰਾਈਵੇਟ ਮੰਡੀਆਂ ਜਿਹੜੀਆਂ ਹੈ ਉਹਨਾਂ ਨੂੰ ਪੂਰੀ ਤਰੀਕੇ ਨਾਲ ਲਿਆਂਦਾ ਜਾ ਰਿਹਾ ਹੈ, ਔਰ ਜਿਹੜੀਆਂ APMCs ਹੈਗੀਆਂ ਉਹਨਾਂ ਨੂੰ ਬਚਾਉਣ ਵਾਸਤੇ ਉਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਕੋਈ ਪ੍ਰੋਵੀਜ਼ਨ ਜਿਹੜੀ ਨਜ਼ਰ ਨਹੀਂ ਆਉਂਦੀ। ਸੋ ਮੌਜੂਦਾ ਬਿੱਲਾਂ ਦਾ ਜਿਹੜਾ ਰੂਪ ਹੈ ਉਹ ਪ੍ਰਾਈਵੇਟਾਈਜੇਸ਼ਨ ਦਾ, ਉਹ ਸ਼ਾਇਦ ਜ਼ਿਆਦਾ ਖਤਰਨਾਕ ਹੈ। ਮੈਂ ਫਿਰ ਕਹਿ ਦਿੰਦਾ ਕਿ ਉਸ ਤੋਂ ਪਹਿਲਾਂ ਕੀ ਰੂਪ ਬਣਨਾ ਸੀ ਉਹ ਉਸ ਰਿਪੋਰਟ ਦੇ ਵਿੱਚ ਵੀ ਜ਼ਾਹਿਰ ਨਹੀਂ, ਜਾਂ ਅਕਾਲੀ ਸਰਕਾਰ ਜਾਂ ਕਾਂਗਰਸ ਸਰਕਾਰ ਇਸ ਨੂੰ ਕਿੱਦਾਂ ਦਾ ਰੂਪ ਦਿੰਦੇ ਇਹ ਵੀ ਜ਼ਾਹਿਰ ਨਹੀਂ ਹੈ। ਲੇਕਿਨ ਮੌਜੂਦਾ ਬਿੱਲਾਂ ਦੇ ਵਿੱਚ ਤੋਂ ਇਹ ਪੂਰੀ ਤਰ੍ਹਾਂ ਜ਼ਾਹਿਰ ਹੈ ਕਿ ਜੋ ਵੀ ਜਿਹੜਾ ਸਿਸਟਮ ਅਸੀਂ ਮੰਡੀਕਰਨ ਦਾ ਹੁਣ ਬਣਾ ਰਹੇ ਹਾਂ ਉਹ ਪੂਰੀ ਦਾ ਪੂਰੀ ਤਰੀਕੇ ਨਾਲ ਪ੍ਰਾਈਵੇਟ ਪਲੇਅਰਸ ਵੀ ਖੋਲ ਰਹੇ ਹੈ, ਔਰ APMC ਜਿਹੜੀਆਂ ਹੈ ਅਲਟੀਮੇਟਲੀ ਆਪਣੇ ਆਪ ਖਤਮ ਹੋ ਜਾਣਗੀਆਂ। ਜਿਸ ਤਰ੍ਹਾਂ ਕਿ ਇੱਕ ਉਦਾਹਰਨ ਸਾਡੇ ਸਾਹਮਣੇ ਆ ਰਹੀ ਬਿਹਾਰ ਦੀ, ਕਿ ਉੱਥੇ ਵੀ ਜਿਹੜਾ ਹੈ 2006 ਤੋਂ ਬਾਅਦ ਪ੍ਰਾਈਵੇਟ ਮੰਡੀਆਂ ਆਈਆਂ ਔਰ ਅਲਟੀਮੇਟਲੀ ਫਿਰ ਜਿਹੜਾ ਹੈ ਉਹ APMCs ਉੱਥੇ ਖਤਮ ਹੋ ਗਈਆਂ। ਸੋ ਮੌਜੂਦਾ ਬਿੱਲਾਂ ਦੇ ਵਿੱਚ ਖਤਰਾ ਇਹ ਹੈਗਾ। ਹੁਣ ਇਹ ਨਹੀਂ, ਮੈਂ ਦਾਅਵੇ ਨਾਲ ਇਹ ਨਹੀਂ ਕਹਿ ਸਕਦਾ ਕਿ ਜਾਂ ਕਾਂਗਰਸ ਦੇ ਉਸ ਬਿੱਲ ਦੇ ਵਿੱਚ ਜਾਂ ਅਕਾਲੀ ਦਲ ਨੇ ਜਿਹੜਾ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਿਛਲੀ ਵਾਰੀ, ਉਹਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਹੀ ਕਵਾਇਦ ਸੀ ਜਾਂ ਨਹੀਂ ਸੀ। ਸੋ ਇਹ ਇੱਕ ਸਵਾਲ ਆਪਣੇ ਆਪ ਦੇ ਵਿੱਚ ਬਣਿਆ ਰਹੇਗਾ। ਹਾਂ, ਇਹ ਜ਼ਰੂਰ ਹੈ ਕਿ ਪ੍ਰਾਈਵੇਟਾਈਜੇਸ਼ਨ ਦੀ ਕੋਸ਼ਿਸ਼ ਕਾਂਗਰਸ ਸਰਕਾਰਾਂ ਨੇ ਵੀ ਕੀਤੀ। ਸਾਡੀ ਜਿਹੜੀ ਹੈ BJP ਅਕਾਲੀ ਗਵਰਨਮੈਂਟ ਪਹਿਲਾਂ ਜਿਹੜੀ ਰਾਜ ਦੇ ਵਿੱਚ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਉਹਨਾਂ ਨੇ ਵੀ ਪ੍ਰਾਈਵੇਟ ਪਲੇਅਰਸ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ। ਔਰ ਅੱਜ ਜਿਹੜਾ ਹੈ ਇਹ ਦੋਵੇਂ ਪਾਰਟੀਆਂ ਜਿਹੜੀਆਂ ਹੈ ਇਹ ਮੌਜੂਦਾ ਖੇਤੀ ਬਿੱਲਾਂ ਦਾ ਵੀ ਵਿਰੋਧ ਕਰ ਰਹੀਆਂ ਕਿ ਉੱਥੇ ਪ੍ਰਾਈਵੇਟ ਪਲੇਅਰਸ ਨੂੰ ਲਿਆਂਦਾ ਜਾ ਰਿਹਾ। ਸੋ ਇਹ ਇੱਕ ਕਿਸਮ ਦੀ ਇੱਕ ਥੋੜੀ ਬਹੁਤ ਇਹਨਾਂ ਪਾਰਟੀਆਂ ਨੂੰ ਸਫਾਈ ਤਾਂ ਦੇਣੀ ਬਣਦੀ ਹੈ ਨਾ, ਕਿ ਉਹ ਜਿਸ ਤਰੀਕੇ ਦੇ ਨਾਲ ਪ੍ਰਚਾਰ ਹੋ ਰਿਹਾ ਕਿ ਪਹਿਲਾਂ ਇਹ ਬਿੱਲ ਲਿਆਉਣਾ ਚਾਹੁੰਦੀਆਂ ਸੀ, ਜਿਸ ਤਰ੍ਹਾਂ JP ਨੱਡਾ ਦੇ ਵੱਲੋਂ ਰਾਹੁਲ ਗਾਂਧੀ ਦੀ ਇੱਕ ਵੀਡੀਓ ਜਿਹੜੀ ਹੈਗੀ ਆ ਪਾਈ ਗਈ ਹੈ, ਤੇ ਹੁਣ ਕੈਪਟਨ ਅਮਰਿੰਦਰ ਸਿੰਘ ਬਾਰੇ ਇਹ ਗੱਲ ਕਹੀ ਕਿ ਇਹਨਾਂ ਨੇ ਸਿਫਾਰਿਸ਼ ਕੀਤੀ ਹੈ। ਪਹਿਲਾਂ ਤਾਂ ਇਹ ਸਾਫ਼ ਕਰ ਦੇਣਾ ਚਾਹੀਦਾ ਕਿ ਅਸੀਂ ਸਿਫਾਰਿਸ਼ ਕਰਦੇ ਸੀ ਜਾਂ ਨਹੀਂ ਕਰਦੇ ਸੀ, ਤੇ ਜੇ ਕਰਦੇ ਸੀ ਤਾਂ ਫਿਰ ਕਿਸ ਤਰੀਕੇ ਨਾਲ ਇਹ ਕਾਨੂੰਨਾਂ ਨੂੰ ਲਾਗੂ ਕਰਨ ਦੇ ਲਈ ਇਹ ਗੱਲ ਕਰ ਰਹੇ ਸੀ, ਤੇ ਉਹਨਾਂ ਨੇ ਕਿਸ ਤਰ੍ਹਾਂ ਲਾਗੂ ਕਰਨਾ ਸੀ, ਤੇ ਨਰਿੰਦਰ ਮੋਦੀ ਨੇ ਕਿਸ ਤਰ੍ਹਾਂ ਗਲਤ ਤਰੀਕੇ ਨਾਲ ਲਾਗੂ ਕੀਤਾ ਹੈ। ਇਹ ਸਫਾਈ ਤਾਂ ਦੇਣੀ ਬਣਦੀ ਹੈ ਜੀ। ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਸਫਾਈ ਦੇਣੀ ਬਣਦੀ ਹੈ, ਲੇਕਿਨ ਅਫਸੋਸ ਨਾਲ ਗੱਲ ਇਹ ਹੈ ਕਿ ਸਫਾਈ ਉਹ ਕੀ ਦੇਣ। ਹੁਣ ਫੋਰ ਐਗਜ਼ਾਮਪਲ ਅਕਾਲੀ ਦਲ ਕੀ ਸਫਾਈ ਦੇਵੇ, ਕਿਉਂਕਿ ਪਾਰਟੀ ਸਰਕਾਰ ਦੇ ਵਿੱਚ ਬੈਠਾ ਸੀ। ਹਰਸਿਮਰਤ ਕੌਰ ਬਾਦਲ ਜਿਹੜੀ ਹੈ ਮੋਦੀ ਮੰਤਰੀ ਮੰਡਲ ਦਾ ਹਿੱਸਾ ਸੀ। ਜਦੋਂ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਹੋਇਆ ਗਿਆ ਉਦੋਂ ਵੀ ਹਰਸਿਮਰਤ ਕੌਰ ਬਾਦਲ ਸਰਕਾਰ ਦਾ ਹਿੱਸਾ ਸੀ, ਅਕਾਲੀ ਦਲ ਸਰਕਾਰ ਦਾ ਹਿੱਸਾ ਸੀ। ਲੋਕ ਸਭਾ ਦੇ ਵਿੱਚ ਜਦੋਂ ਬਿੱਲ ਪਾਸ ਕੀਤਾ ਗਿਆ ਉਦੋਂ ਵੀ ਹਰਸਿਮਰਤ ਕੌਰ ਬਾਦਲ ਉੱਥੇ ਬੈਠੀ ਸੀ। ਇਹ ਠੀਕ ਹੈ ਕਿ ਰਾਜ ਸਭਾ ਦੇ ਵਿੱਚ ਪਾਸ ਹੁੰਦੇ ਨੇ, ਜਦੋਂ ਬਿੱਲ ਵਿੱਚ ਟਾਈਮ ਆਇਆ ਉਦੋਂ ਉੱਥੇ ਜੋ ਵੀ ਘਟਨਾ ਚੱਕਰ ਹੋਇਆ, ਕੁਝ ਕਹਿੰਦੇ ਨੇ ਕਿ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਗਿਆ ਕਿ ਤੂੰ ਅਸਤੀਫਾ ਦੇ ਦੇ, ਕੁਝ ਕਹਿੰਦੇ ਨੇ ਕਿ ਉਸਨੇ ਆਪ ਅਸਤੀਫਾ ਦਿੱਤਾ, ਲੇਕਿਨ ਉਸ ਮੌਕੇ ਤੇ ਉਹ ਜ਼ਰੂਰ ਸਰਕਾਰ ਤੋਂ ਬਾਹਰ ਆਏ ਨੇ। ਤੇ ਇਸੇ ਤਰ੍ਹਾਂ ਕਾਂਗਰਸ ਗਵਰਨਮੈਂਟ ਜਿਹੜੀ ਹੈ ਉਹ ਖੁਦ ਜਿਹੜੀ ਹੈ ਇਸ ਤਰ੍ਹਾਂ ਦਾ ਬਿੱਲ, ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਸੀਗੇ ਕੋਈ ਬਿੱਲ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਸੀ, ਲੇਕਿਨ ਉਸ ਵੇਲੇ ਕਿਉਂਕਿ ਉਹਨਾਂ ਕੋਲ ਏਦਾਂ ਦੀ ਮੈਜੋਰਿਟੀ ਨਹੀਂ ਸੀ ਜਿਸ ਤਰ੍ਹਾਂ ਦੀ ਮੌਜੂਦਾ ਸਰਕਾਰ ਕੋਲ ਹੈ, ਤਾਂ ਸਫਾਈ ਇਸ ਵੇਲੇ ਕੀ ਦੇਣ, ਉਹ ਖੁਦ ਕਾਫੀ ਹੱਦ ਤੱਕ ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ ਨੂੰ ਖੁਦ ਤੁਰੇ ਹੋਏ ਸੀਗੇ। ਤੇ ਹੁਣ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਹੈ, ਹੁਣ ਉਹ ਆਪਣੀ ਹੋਂਦ ਬਣਾਏ ਰੱਖਣ ਦਾ ਮਸਲਾ ਹੋਇਆ ਹੈ। ਇਸ ਕਰਕੇ ਉਹ ਸਫਾਈ ਨਹੀਂ ਦੇਣਾ ਚਾਹੁੰਦੇ। ਮੌਜੂਦਾ ਮਾਹੌਲ ਦੇ ਵਿੱਚ ਉਹ ਕਿਸਾਨਾਂ ਦੇ ਮਗਰ ਲੱਗ ਕੇ, ਉਹਨਾਂ ਦੇ ਮਗਰ ਬੈਠ ਕੇ ਕੇਂਦਰ ਸਰਕਾਰ ਨੂੰ ਵੀ ਭੰਨਣਾ ਚਾਹੁੰਦੇ ਆ। ਤੁਹਾਡੀ ਗੱਲ ਠੀਕ ਹੈ ਕਿ ਉਹਨਾਂ ਨੂੰ ਸਫਾਈ ਦੇਣੀ ਚਾਹੀਦੀ ਹੈ, ਪਰ ਉਹ ਸਫਾਈ ਕਦੀ ਨਹੀਂ ਦੇਣਗੇ ਇਸ ਤਰ੍ਹਾਂ ਦੇ ਰਾਜਨੀਤਿਕ ਮਾਹੌਲ ਦੇ ਵਿੱਚ। ਉਹ ਹੁਣ ਜਿਹੜਾ ਹੈ ਇਸ ਤਰ੍ਹਾਂ ਦੀ ਗਲਤੀ ਜਿਹੜੀ ਹੈ, ਰਾਜਨੀਤਿਕ ਗਲਤੀ ਨਹੀਂ ਕਰਨਾ ਚਾਹੁੰਦੇ ਕਦੇ ਜੀ। ਤਾਂ ਭੁੱਗਲ ਸਾਹਿਬ, ਇੱਕ ਗੱਲ ਇਹ ਵੀ ਹੈ ਕਿ ਹੁਣੇ ਇੱਕ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਇੱਕ ਨਵਾਂ ਹੀ ਵਿਵਾਦ ਜਿਹੜਾ ਉਹ ਛੇੜ ਲਿਆ ਗਿਆ ਹੈ। ਉਹ ਕਿਸਾਨਾਂ ਦੇ ਹੱਕ ਦੇ ਵਿੱਚ ਕੁਝ ਨਿਕਲੇ ਸੀਗੇ ਕਿਸਾਨਾਂ ਦੇ ਵਿੱਚ, ਤਾਂ ਉਹਨਾਂ ਦੇ ਵੱਲੋਂ ਇੱਕ ਉੱਪਰ ਜਿਹੜਾ ਸ਼ਾਲ ਵਗੈਰਾ ਲਿਆ ਗਿਆ ਸੀ, ਉਹਦੇ ਉੱਪਰ ਖੰਡਾ ਸਾਹਿਬ ਤੇ ਇੱਕ ਓਂਕਾਰ ਦਾ ਨਿਸ਼ਾਨ ਸੀਗਾ,
ਜਿਸ ਤੋਂ ਬਾਅਦ ਕੁਝ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਪਾ ਕੇ ਇਤਰਾਜ਼ ਵੀ ਜਤਾਇਆ ਜਾ ਰਿਹਾ ਕਿ ਇਹ ਰੁਮਾਲਾ ਸਾਹਿਬ ਦਾ ਆਕਾਰ ਹੈਗਾ, ਰੁਮਾਲਾ ਸਾਹਿਬ ਨੂੰ ਲੈ ਕੇ ਇਹਨਾਂ ਨੂੰ ਏਦਾਂ ਨਹੀਂ ਸੀ ਨਿਕਲਣਾ ਚਾਹੀਦਾ ਬਾਹਰ। ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਇਹੋ ਜਿਹੇ ਵਿਵਾਦ ਹੁਣ ਉੱਠ ਰਹੇ ਨੇ? ਸੁਖਵਿੰਦਰ, ਮੈਂ ਇਸ ਨੂੰ ਕਿਵੇਂ ਦੇਖਾਂ? ਮੇਰਾ ਦਿਲ ਕਰਦਾ ਕਿ ਮੈਂ ਇਸ ਤੇ ਹੱਸਾਂ ਹੀ ਥੋੜਾ ਬਹੁਤਾ, ਕਿਉਂਕਿ ਸਿੱਧੂ, ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਸਿੱਧੂ ਜਿਹੜਾ ਹੈ ਉਹ ਲਾਫਟਰ ਚੈਨਲ ਦੇ ਸਾਰੇ ਸਿਸਟਮ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਹੈ, ਅੱਜ ਵੀ ਉਹੀ ਹਾਲਾਤ ਹੈਗੇ ਨੇ। ਉਹ ਪੋਲੀਟੀਕਲ ਮਾਈਂਡ ਉਸ ਤਰ੍ਹਾਂ ਦਾ ਨਹੀਂ ਹੈ ਤੇ ਕੋਈ ਨਾ ਕੋਈ ਇਹੋ ਜਿਹਾ ਉਹ ਡਰਾਮੇਬਾਜ਼ੀ ਜਿਹੜੀ ਹੈ ਹਮੇਸ਼ਾ ਕਰਦਾ ਹੈ, ਚਾਹੇ ਉਹ ਆਪਣੇ ਮਖਸੂਸ ਅੰਦਾਜ਼ 'ਚ ਬੋਲ ਕੇ ਕਰੇ, ਜਾਂ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਸ਼ਾਲ ਜਾਂ ਲੋਈ ਉੱਤੇ ਲਈ ਹੋਈ ਹੈ ਜਿਹਦੇ ਉੱਤੇ ਏਕ ਓਂਕਾਰ ਦਾ ਸ਼ਬਦ ਉਕਰਿਆ ਹੋਇਆ ਔਰ ਖੰਡਾ ਸਾਹਿਬ ਜਿਹੜਾ ਹੈ ਉਕਰਿਆ ਹੋਇਆ। ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਇਸ ਤਰ੍ਹਾਂ ਦਾ ਕੋਈ ਵੀ ਟ੍ਰੈਡੀਸ਼ਨ ਨਹੀਂ ਹੈਗੀ ਕਿ ਅਸੀਂ ਜਿਹੜਾ ਹੈ ਇਸ ਤਰ੍ਹਾਂ ਦੇ ਕੱਪੜੇ ਜਾਂ ਕੋਈ ਇੱਦਾਂ ਦੀ ਪੋਸ਼ਾਕ ਪਹਿਨੀ ਹੈ ਜਿਹਦੇ 'ਤੇ ਕੋਈ ਧਾਰਮਿਕ ਚਿੰਨ੍ਹ ਇਸ ਤਰ੍ਹਾਂ ਦਾ ਸ਼ਾਲ ਵਗੈਰਾ 'ਤੇ ਬਣਿਆ ਹੋਇਆ। ਹਾਂ ਠੀਕ ਹੈ, ਅਸੀਂ ਜਦੋਂ ਪਗੜੀ ਸਿੱਖ ਭਰਾ ਜਿਹੜੇ ਨੇ ਉਹ ਬੰਨ੍ਹਦੇ ਨੇ ਤਾਂ ਪਗੜੀ ਦੇ ਉੱਤੇ ਜ਼ਰੂਰ ਖੰਡਾ ਸਾਹਿਬ ਕਈ ਵਾਰੀ ਲਗਾ ਲਿਆ ਜਾਂਦਾ ਤੇ ਉੱਥੇ ਵੀ ਏਕ ਓਂਕਾਰ ਕਿਤੇ ਨਹੀਂ ਹੁੰਦਾ। ਸੋ ਇਹੋ ਜਿਹੀ ਗੱਲ ਉਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ। ਦੂਜੇ ਪਾਸੇ ਮੈਂ ਵੀ ਸਮਝਦਾ ਕਿ ਇੱਕ ਬਹੁਤ ਨਿਗੂਣੀ ਜੀ ਛੋਟੀ ਜਿਹੀ ਗੱਲ ਹੈ ਜਿਹਦੇ 'ਤੇ ਕਿਸੇ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਸਾਡੀਆਂ ਧਾਰਮਿਕ ਭਾਵਨਾ ਜਿਹੜਾ ਭੜਕਾਇਆ ਗਿਆ। ਮਾਹੌਲ ਹੀ ਇਸ ਤਰ੍ਹਾਂ ਦਾ ਸਰਚਾਰਜ ਹੈ ਕਿ ਹਰ ਛੋਟੀ ਜਿਹੀ ਗੱਲ ਦੇ ਉੱਤੇ ਲੋਕ ਉਸ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਹੈ ਕਿ ਕੋਈ ਨਾ ਕੋਈ ਨਵਾਂ ਇਸ਼ੂ ਬਣ ਜਾਵੇ, ਉਹ ਕੋਈ ਨਾ ਕੋਈ ਖਬਰ ਚੱਲਦੀ ਰਹੇ, ਕੋਈ ਨਾ ਕੋਈ ਕਿਸੇ ਤਰੀਕੇ ਦੀ ਜਿਹੜੀ ਕੰਟਰੋਵਰਸੀ ਚੱਲਦੀ ਰਹੇ। ਸੋ ਮੈਂ ਇਸ ਨੂੰ ਇਸ ਤਰੀਕੇ ਨਾਲ ਦੇਖਦਾ ਕਿ ਇਸ ਨੂੰ ਜਿਹੜਾ ਹੈ ਅਣਗੌਲਿਆਂ ਕਰ ਦਿੱਤਾ ਜਾਣਾ ਚਾਹੀਦਾ। ਨਾ ਤਾਂ ਸਿੱਧੂ ਕੋਈ ਕਿਸਾਨਾਂ ਦੇ ਹੱਕ 'ਚ ਐਡੀ ਵੱਡੀ ਕੋਈ ਉਹਨਾਂ ਨੇ ਹੁਣ ਤੱਕ ਕੁਛ ਕੀਤਾ ਤੇ ਨਾ ਹੀ ਉਹ ਉਹਨਾਂ ਤੋਂ ਆਪਾਂ ਕੋਈ ਉਮੀਦ ਰੱਖ ਸਕਦੇ ਹਾਂ। ਤੇ ਆਹ ਜਿਹੜੀ ਖਾਮਖਾਹ ਦੀ ਕੰਟਰੋਵਰਸੀ ਹੈ ਜਿਹੜੀ ਉਹਨਾਂ ਦੇ ਨਾਲ ਅਸੀਂ ਜੋੜਨ ਦੀ ਕੋਸ਼ਿਸ਼ ਕਰ ਰਹੇ, ਉਹਨਾਂ ਨੂੰ ਅਨਨੈਸੈਸਰੀਲੀ ਅਸੀਂ ਇੰਪੋਰਟੈਂਸ ਦੇ ਰਹੇ ਹੋਵਾਂਗੇ। ਜਿਹੜਾ ਸਾਡਾ ਮੇਨ ਮੁੱਦਾ ਹੈ ਇਸ ਵੇਲੇ, ਜੋ ਸਾਡਾ ਸੰਘਰਸ਼ ਚੱਲ ਰਿਹਾ, ਸਾਡਾ ਜਿਹੜਾ ਜੀਵਨ ਔਰ ਮਰਨ ਦਾ ਜਿਹੜਾ ਸਾਡੀ ਲੜਾਈ ਚੱਲ ਰਹੀ ਹੈ, ਉਸ ਦੇ ਉੱਤੇ ਹੀ ਫੋਕਸ ਰੱਖਿਆ ਜਾਣਾ ਚਾਹੀਦਾ ਹੈ। ਸਿੱਧੂ ਔਰ ਇਸ ਤਰ੍ਹਾਂ ਦੇ ਜਿਹੜੇ ਕਰੈਕਟਰਸ ਨੇ ਇਸ ਸਾਰੀ ਖੇਡ ਦੇ ਵਿੱਚ, ਉਹਨਾਂ ਨੂੰ ਨਜ਼ਰਅੰਦਾਜ਼ ਕਰਤਾ ਜਾਣਾ ਚਾਹੀਦਾ। ਜੀ ਭੁੱਗਲ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੁਬਾਰਾ ਨਵੀਂ ਤਾਜ਼ਾ ਅਪਡੇਟ ਲਈ ਤੁਹਾਡੇ ਨਾਲ ਦੁਬਾਰਾ ਫਿਰ ਜੁੜਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਔਰ ਮੇਰੀਆਂ ਸਭ ਨੂੰ ਬਹੁਤ ਸ਼ੁਭ ਕਾਮਨਾਵਾਂ।